ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਵੈਲਕਮ। ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਮੰਗ ਤਾਂ ਕੀਤੀ ਸੀ ਮੁੱਖ ਮੰਤਰੀ ਨੇ, ਦੌਰ ਪਾਤੀ ਬੀਜੇਪੀ ਨੇ ਔਰ ਤਾਇਦ ਕਰਤੀ ਢੀਂਡਸਾ ਸਾਹਿਬ ਨੇ, ਤਾਇਦ ਮਜੀਦ ਕਰਕੇ ਕੈਪਟਨ ਅਮਰਿੰਦਰ ਸਿੰਘ। ਤੇ ਜਦੋਂ ਮੰਗ ਡਾਢਿਆਂ ਦੀ ਹੋਵੇ, ਮੰਨੇ ਜਾਣ ਦੇ ਅਸਾਰ ਬੜੇ ਵੱਧ ਜਾਂਦੇ ਆ। ਜੇ ਤੁਸੀਂ ਸੰਯੁਕਤ ਸਮਾਜ ਮੋਰਚੇ ਦੇ ਕਰਤਾ ਧਰਤਾ ਬਲਬੀਰ ਸਿੰਘ ਰਾਜੇਵਾਲ ਦਾ ਜ਼ਿਕਰ ਕਰੋਗੇ ਤਾਂ ਜ਼ਿੰਦਗੀ ਦੇ ਵਿੱਚ ਕਈ ਵਾਰੀ ਹਾਲਾਤ ਤੁਹਾਨੂੰ ਐਸੇ ਮੋੜ ਤੇ ਲੈ ਜਾਂਦੇ ਆ ਜਿੱਥੇ ਤੁਹਾਡੀ ਹਸਤੀ ਦੀ ਕ੍ਰੈਡੀਬਿਲਿਟੀ, ਤੁਹਾਡੀ ਹਸਤੀ ਦਾ ਪਾਰਾਵਾਰ ਉਹ ਬਹੁਤ ਅਹਿਮ ਹੋ ਜਾਂਦਾ ਕਿ ਤੁਸੀਂ ਕਿੱਥੇ ਖੜਨਾ ਹੈ ਜ਼ਿੰਦਗੀ ਦੇ ਵਿੱਚ, ਹੁਣ ਅੱਗੇ ਰਸਤੇ ਕਿੰਨੇ ਬਚਦੇ ਆ। ਬਲਬੀਰ ਸਿੰਘ ਰਾਜੇਵਾਲ ਦੁਚਿੱਤੀਆਂ ਦੁਬਦਾਵਾਂ ਚੋਂ ਨਿਕਲਣੇ ਬਣਦੇ ਆ, ਲੜਨ ਵਾਲੇ ਪਿਛਾਂਹ ਨਹੀਂ ਮੁੜਦੇ ਹੁੰਦੇ ਤੇ ਉਹ ਕਦੇ ਦੁਚਿੱਤੀਆਂ 'ਚ ਨਹੀਂ ਪੈਂਦੇ ਹੁੰਦੇ। ਇਹ ਬੜਾ ਅਹਿਮ ਸਵਾਲ ਆ, ਇਹਦੇ ਤੇ ਅੱਗੇ ਗੱਲ ਕਰਾਂਗੇ। ਆਖਰੀ ਤੇ ਆਧਾਰ ਕੀ ਨੇ ਜਿੱਤੇ ਅਸੀਂ ਗੱਲ ਕਰ ਰਹੇ ਹਾਂ। ਲੇਕਿਨ ਜਦੋਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਬੀਜੇਪੀ ਨਾਲ ਸਾਂਝ ਦੀ ਗੱਲ ਕਰੋਗੇ ਤੇ ਕਨਸੂਆਂ ਇਹ ਵੀ ਨੇ ਕਿ ਸ਼ਾਇਦ ਇਹ ਰਿਸ਼ਤਾ ਬਹੁਤ ਦੇਰ ਤੱਕ ਅੱਗੇ ਨਾ ਜਾਵੇ, ਸ਼ਾਇਦ ਇਹ ਪ੍ਰਵਾਨ ਚੜ੍ਹਨ ਤੋਂ ਪਹਿਲਾਂ ਹੀ ਮੁੱਕ ਜੇ। ਐਸੀਆਂ ਚੀਜ਼ਾਂ ਅੱਗੇ ਵੱਧ ਰਹੀਆਂ ਨੇ। ਜੇਕਰ ਤੁਸੀਂ ਬਾਕੀ ਛੋਟੀਆਂ ਖਬਰਾਂ ਨੂੰ ਲਓਗੇ ਤੇ ਐਲਨ ਮਸਕ ਨੂੰ, ਜਿਹੜਾ ਚੰਨ ਤੇ ਦੁਨੀਆ ਵਸਾਉਣਾ ਚਾਹੁੰਦਾ ਹੈ, ਜਿਹੜਾ ਮੰਗਲ ਤੇ ਦੁਨੀਆ ਕਲੋਨੀ ਬਣਾਉਣਾ ਚਾਹੁੰਦਾ, ਉਹਦੇ ਨਾਲ ਸਿੱਧੂ ਸਾਂਝ ਪਾਉਂਦੇ ਨਜ਼ਰ ਆਉਂਦੇ। ਖੌਰੇ ਪੰਜਾਬ ਵਾਲੇ ਹੁਣ ਅਮਰੀਕਾ ਕੈਨੇਡਾ ਦੀ ਬਜਾਏ ਮੰਗਲ ਜਾਂ ਚੰਦ ਵੱਲ ਨੂੰ ਤੁਰ ਪਿਆ ਕਰਨ। ਇੱਥੇ ਤਾਂ ਸੰਭਾਵਨਾਵਾਂ ਬੜੀਆਂ। ਆਉਣਾ ਚਾਹੀਦਾ ਵੈਸੇ ਟੈਸਲਾ ਵਾਲੇ ਨੂੰ। ਇਹ ਸਾਡੇ ਤਾਂ ਗਾਣਿਆਂ ਦੇ ਵਿੱਚ ਵੀ ਮਹਿੰਦਰਾ ਦੇ ਨਾਲ ਟੈਸਲਾ ਦਾ ਜ਼ਿਕਰ ਹੁੰਦਾ। ਮੈਂ ਜਦੋਂ ਜ਼ਿਕਰ ਕਰੂੰਗਾ ਨਾ ਬਾਕੀ ਖਬਰਾਂ ਦਾ, ਖਬਰਾਂ ਇੰਨੀਆਂ ਨੇ ਬੇਸ਼ੁਮਾਰ। ਉਹ ਕਹਿੰਦੇ 15 ਲੱਖ ਬੰਦਾ ਆਮ ਆਦਮੀ ਪਾਰਟੀ ਨੂੰ ਘੰਟੀਆਂ ਕਰ ਗਿਆ। ਹੁਣ ਕਿਹਦੇ ਹੱਕ 'ਚ ਕਰ ਗਿਆ? ਮੈਂ ਇੱਕ ਪਾਸੇ ਉਹ ਕੁਲਤਾਰ ਸਿੰਘ ਸੰਧਵਾ ਨੂੰ ਵੀ ਸੁਣਦਾ ਹੈ, ਕਹਿੰਦੇ ਸਾਡੇ ਵਾਲੇ ਤਾਂ ਮੇਰੇ ਹੱਕ 'ਚ ਕਰੀ ਜਾਂਦੇ ਆ। ਖੈਰ, ਇਹ ਬਹੁਤ ਸਾਰੇ ਸਵਾਲ ਨੇ। ਮੈਨੂੰ ਮਨਪ੍ਰੀਤ ਜੀ ਇਹ ਹੁਣ ਜ਼ਰੂਰ ਦੱਸਿਓ, ਆਪਾਂ ਜੇ ਮੁੜ ਕੇ ਗੱਲ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੀਆਂ ਚੋਣਾਂ ਕੁਝ ਦਿਨ ਅੱਗੇ ਪੈ ਜਾਣ, ਇਹ ਹੁਣ ਕੋਈ ਬਹੁਤੀ ਅੱਤਕਥਨੀ ਨਹੀਂ ਲੱਗਦਾ ਹੋ ਹੀ ਜਾਣਾ। ਇੱਥੋਂ ਗੱਲ ਤੋਰੀਏ। ਜਦੋਂ ਮੰਗ ਕੀਤੀ ਜਾਂਦੀ ਹੁੰਦੀ, ਕਈ ਵਾਰੀ ਮਿੱਥ ਕੇ ਕੀਤੀ ਜਾਂਦੀ, ਕਈ ਵਾਰੀ ਰਲ ਕੇ ਕੀਤੀ ਜਾਂਦੀ। ਰਲ ਕੇ ਖੇਡਣ ਦੇ ਦੋਸ਼ ਵੈਸੇ ਹੀ ਪੰਜਾਬ ਦੇ ਪੋਲੀਟੀਸ਼ੀਅਨਸ ਨੇ ਵਾਹ-ਵਾਹ ਝੱਲ ਲਏ। ਹੁਣ ਦੱਸੋ ਕੀ ਕਹਿੰਦੇ ਹੋ? ਦੇਖੋ ਰੰਧਾਵਾ ਜੀ, ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੇ ਪਹਿਲੀ ਵਾਰੀ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਸੀ ਤੇ ਉਹਨਾਂ ਨੇ ਇਸ ਗੱਲ ਦਾ ਹਵਾਲਾ ਦਿੱਤਾ ਸੀ। ਆਪਾਂ ਨੂੰ ਪਤਾ ਹੀ ਹੈ ਕਿ 14 ਫਰਵਰੀ ਨੂੰ ਪੰਜਾਬ ਦੇ ਵਿੱਚ ਚੋਣਾਂ ਨੇ ਤੇ ਉਹ ਕਹਿੰਦੇ ਸੀ ਕਿ 16 ਫਰਵਰੀ ਨੂੰ, ਕਿਉਂਕਿ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਆ ਤੇ ਬਹੁਤ ਸਾਰੇ ਲੋਕ, ਯਾਨੀ ਕਿ ਘੱਟੋ ਘੱਟ ਉਹਨਾਂ ਦਾ ਮੰਨਣਾ ਕਿ 20 ਲੱਖ ਦੇ ਕਰੀਬ ਲੋਕ ਬਨਾਰਸ ਵਾਰਾਣਸੀ ਜਾਂਦੇ ਆ ਉਹਨਾਂ ਦੀ ਆਸਥਾ ਤੋਂ। ਇਸ ਕਰਕੇ ਬਹੁਤ ਸਾਰੇ ਜਿਹੜੀ ਵੋਟਰਸ ਨੇ ਉਹ ਚੋਣ ਦੇ ਵਿੱਚ ਭਾਗ ਨਹੀਂ ਲੈ ਸਕਣਗੇ ਤੇ ਉਹਨਾਂ ਨੇ ਇੱਕ ਦਰਖਾਸਤ ਕੀਤੀ ਸੀ ਕਿ ਚੋਣਾਂ ਨੂੰ ਘੱਟੋ ਘੱਟ 1 ਹਫ਼ਤੇ ਲਈ ਅੱਗੇ ਪਾ ਦਿਓ। ਹੁਣ ਇਸ ਚੀਜ਼ ਨੂੰ ਲੈ ਕੇ ਬਾਕੀ ਪਾਰਟੀਆਂ ਵੀ ਅੱਗੇ ਆ ਗਈਆਂ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਾਕੀ ਬਹੁਤ ਸਾਰੀਆਂ ਹੋਰ ਪਾਰਟੀਆਂ ਨੇ, ਭਾਰਤੀ ਜਨਤਾ ਪਾਰਟੀ ਕਹਿ ਲਓ, ਕੈਪਟਨ ਅਮਰਿੰਦਰ ਸਿੰਘ ਕਹਿ ਲਓ, ਸੁਖਦੇਵ ਸਿੰਘ ਢੀਂਡਸਾ ਕਹਿ ਲਓ, ਜਾਂ ਹੋਰ ਵੀ ਪਾਰਟੀਆਂ ਨੇ ਇਸ ਗੱਲ ਦੀ ਤਾਕੀਦ ਕੀਤੀ ਹੈ। ਜੀ ਰੰਧਾਵਾ ਜੀ, ਉਸ ਤੋਂ ਬਾਅਦ ਦੂਸਰੀ ਗੱਲ ਇਹ ਆਉਂਦੀ ਆ, ਕਿਉਂਕਿ ਚਲੋ ਇਹ ਤਾਂ ਚੋਣ ਕਮਿਸ਼ਨ ਨੇ ਡਿਸਾਈਡ ਕਰਨਾ ਕਿ ਕੀ ਉਹਨੂੰ 1 ਹਫ਼ਤਾ ਪਾਉਣ ਲਈ ਉਹ ਰਾਜ਼ੀ ਹੁੰਦੇ ਆ ਜਾਂ ਨਹੀਂ ਹੁੰਦੇ। ਹਾਲਾਂਕਿ ਜਿਹੜੀ ਪੰਜਾਬ ਦੀ ਚੋਣ ਆ ਉਹ ਇੱਕ ਫੇਜ਼ ਦੇ ਅੰਦਰ ਹੀ ਮੁਕੰਮਲ ਹੋ ਜਾਣੀ ਆ। ਲੇਕਿਨ ਇੱਕ ਗੱਲ ਜ਼ਰੂਰ ਆ, ਦਰਅਸਲ ਇਹਦਾ ਪੋਲੀਟੀਕਲ ਲਾਹਾ ਜਿਹੜੀਆਂ ਸਾਰੀਆਂ ਪਾਰਟੀਆਂ ਲੈਣਾ ਚਾਹੁੰਦੀਆਂ ਨੇ, ਉਹ ਚਾਹੁੰਦੇ ਨੇ ਕਿ ਜਿਸ ਤਬਕੇ ਨੂੰ, ਜਿਸ ਭਾਈਚਾਰੇ ਨੂੰ, ਜਿਸ ਮਾਸ਼ਰੇ ਨੂੰ ਚਰਨਜੀਤ ਸਿੰਘ ਚੰਨੀ ਐਡਰੈਸ ਕਰ ਰਹੇ ਨੇ, ਜਾਂ ਉਹਨਾਂ ਨੇ ਉਹਨਾਂ ਦਾ ਹਵਾਲਾ ਦਿੱਤਾ, ਕਿਤੇ ਸਾਨੂੰ ਉਹਨਾਂ ਦੀਆਂ ਵੋਟਾਂ ਕਿਤੇ ਸਾਡੇ ਤੋਂ ਖੁੱਸ ਨਾ ਜਾਣ। ਦਰਅਸਲ ਗੱਲ ਇਹ ਆ, ਇਹ ਠੀਕ ਆ, ਉਹਨਾਂ ਦੇ ਪ੍ਰਤੀ ਵੀ ਉਹਨਾਂ ਦਾ ਮਾਨ ਸਨਮਾਨ ਹੋ ਸਕਦਾ, ਲੇਕਿਨ ਇਹਦੇ ਪਿੱਛੇ ਰਾਜਨੀਤੀ ਵੀ ਆ ਤੇ ਉਹ ਚਾਹੁਣਗੇ ਕਿ ਉਹਨਾਂ ਦਾ ਸਮਰਥਨ ਵੀ ਉਹਨਾਂ ਨੂੰ ਮਿਲੇ, ਯਾਨੀ ਕਿ ਉਸ ਭਾਈਚਾਰੇ ਦਾ। ਦੇਖਦੇ ਆ ਜੇ ਸਾਰੀਆਂ ਰਾਜਨੀਤਿਕ ਪਾਰਟੀਆਂ, ਸਾਰੀ ਸਿਆਸੀ ਪਾਰਟੀਆਂ ਪੰਜਾਬ ਦੀਆਂ ਇੱਕੋ ਮੰਚ ਤੇ ਹੋ ਕੇ ਇਲੈਕਸ਼ਨ ਕਮਿਸ਼ਨ ਨੂੰ ਜੇ ਅਪੀਲ ਕਰਦੀਆਂ ਨੇ ਤੇ ਹੋ ਸਕਦਾ ਇਲੈਕਸ਼ਨ ਕਮਿਸ਼ਨ ਜਿਹੜੀ ਹੈ ਇਸ ਦੀ ਗੱਲ ਸੁਣ ਲੇ। ਲੇਕਿਨ ਜਿਹੜਾ ਉਹਨਾਂ ਦਾ ਆਪਣਾ ਜਿਹੜਾ ਸਕੈਜੂਲ ਹੁੰਦਾ, ਉਹਨਾਂ ਨੇ ਸਾਰੇ 5 ਰਾਜਾਂ ਦੇ ਹਿਸਾਬ ਦੇ ਨਾਲ ਦੇਖਣਾ ਹੁੰਦਾ। ਇਹ ਹੁਣ ਇਲੈਕਸ਼ਨ ਕਮਿਸ਼ਨ ਇਸ ਗੱਲ ਦਾ ਤੈਅ ਕਰੂਗਾ ਕਿ ਕੀ ਉਹ ਹਫ਼ਤਾ ਜਾਂ ਜਿੰਨੇ ਵੀ ਦਿਨ ਉਹ ਅੱਗੇ ਪਾ ਸਕਦੇ ਆ ਜਾਂ ਨਹੀਂ ਪਾ ਸਕਦੇ। ਜੀ ਰੰਧਾਵਾ ਜੀ, ਇਸ ਗੱਲ ਨੂੰ ਤਾਂ ਆਪਾਂ ਇੱਥੇ ਵਿਰਾਮ ਦੇ ਲੈਂਦੇ ਹਾਂ, ਪਰ ਹੁਣ ਚੋਣ ਪਿੜ ਦੀ ਗੱਲ ਕਰਨ ਲੱਗਿਆ ਸਾਨੂੰ ਨਵੀਂ ਧਿਰ ਸੰਯੁਕਤ ਸਮਾਜ ਮੋਰਚੇ ਦੀ ਗੱਲ ਕੀਤੇ ਬਿਨਾਂ ਸਰਨਾ ਨਹੀਂ। ਦੇਖੋ, ਪੰਜਾਬ ਦੀ ਰੂਹ ਵਸੀ ਦਿੱਲੀ ਦੇ ਬਾਰਡਰਸ ਤੇ। ਪੰਜਾਬ ਦੇ ਬਹੁਤ ਸਾਰੇ ਮਾਮਲੇ ਰਫਾ ਦਫਾ ਹੋ ਗਏ, ਜਿਹੜੇ ਧਰਾਤਲੀ ਸੀਗੇ, ਗਰਾਊਂਡ ਤੇ ਸੀਗੇ, ਜਿਨ੍ਹਾਂ 'ਚ ਨਸ਼ੇ ਸੀ ਜਾਂ ਬਾਕੀ ਚੀਜ਼ਾਂ ਸੀ। ਲੋਕਾਂ ਨੇ ਵੱਡੇ ਟਾਸਕ ਦੇ ਸਾਹਮਣੇ ਛੋਟੀਆਂ ਲੜਾਈਆਂ ਵੀ ਛੱਡਤੀਆਂ, ਪਾਰਟੀਆਂ ਤੋਂ ਉੱਪਰ ਉੱਠ ਗਏ।
ਔਰ ਪੰਜਾਬ ਦੀ ਅਜ਼ਮਤ ਨੂੰ, ਇੱਜ਼ਤ ਨੂੰ ਦੂਣ ਸਵਾਈ ਕਰਤਾ। ਲੋਕਾਂ ਨੇ ਲੜਨ ਦਾ ਮਾਦਾ ਦਿਖਾਇਆ ਔਰ ਇਹਦਾ ਸਾਰਾ ਸ਼੍ਰੇ ਪ੍ਰਬੰਧਕਾਂ ਨੂੰ ਦੇਣਾ ਬਣਦਾ, ਸਿੰਗਰਸ ਨੂੰ ਦੇਣਾ ਬਣਦਾ ਜਿਨ੍ਹਾਂ ਮਾਹੌਲ ਬੰਨਿਆ, ਤੇ ਉਹਨਾਂ ਸਾਰੇ ਤਬਕਿਆਂ ਨੂੰ ਦੇਣਾ ਬਣਦਾ ਜਿਨ੍ਹਾਂ ਸ਼ਮੂਲੀਅਤ ਕੀਤੀ। ਪੰਜਾਬ ਦਾ ਅਕਸ, ਪੰਜਾਬ ਦੀ ਇਮੇਜ ਦੁਨੀਆ ਦੇ ਸਾਹਮਣੇ ਇੱਕ ਨਵੇਂ ਤਰੀਕੇ ਨਾਲ ਪੇਸ਼ ਹੋਈ ਦੇਰ ਬਾਅਦ। ਖੈਰ ਵੈਸੇ ਤਾਂ ਕਹਿੰਦੇ ਆ ਪੰਜਾਬ ਉਂਝ 25-30 ਸਾਲਾਂ ਬਾਅਦ ਇੱਕ ਵਾਰੀ ਉੱਠਦਾ ਹੀ ਉੱਠਦਾ, ਭਾਵੇਂ ਮੁੜ ਕੇ ਉਹ ਆਪਣਾ ਹੀ ਨੁਕਸਾਨ ਕਰਕੇ ਬਹਿ ਜੇ। ਬਹੁਤੀ ਵਾਰੀ ਹੋਇਆ ਵੀ ਇੰਜ ਹੈ, ਪਰ ਉੱਠਦਾ ਜ਼ਰੂਰ ਆ। ਰਾਖ ਚੋਂ ਉੱਠਣ ਵਰਗੀ ਗੱਲ ਵੀ ਕਿਸੇ ਵੇਲੇ ਪੰਜਾਬ ਨੇ ਝੱਲੀ ਹੈ। ਮੈਂ ਇਸ ਗੱਲ ਨੂੰ ਰਾਜੇਵਾਲ ਸਾਹਿਬ ਦੇ ਚੋਣ ਭਿੜ ਚ ਰਹਿਣ ਦੇ ਨਜ਼ਰੀਏ ਤੋਂ ਇਸ ਕਰਕੇ ਅੱਗੇ ਵਧਾ ਰਿਹਾ ਕਿ ਕਨਸੋਆਂ ਨੇ ਕਿ ਕਿਤੇ ਇੰਨੇ ਪ੍ਰੈਸ਼ਰ, ਜਿਹੜੇ ਪੋਲੀਟੀਕਲ ਪ੍ਰੈਸ਼ਰ ਹੁੰਦੇ, ਤੁਹਾਨੂੰ ਪਤਾ ਹੀ ਹੈ ਸਿਆਸੀ ਟੈਕਟਿਕਸ ਕੀ ਹੁੰਦੇ ਆ, ਬੰਦੇ ਨੂੰ ਤੋੜਨ ਲਈ, ਮਰੋੜਨ ਲਈ, ਝੰਜੋੜਨ ਲਈ, ਮਾਰਨ ਲਈ, ਉਹਦਾ ਮਨੋਬਲ ਡੇਗਣ ਲਈ ਸਿਆਸੀ ਪਾਰਟੀਆਂ ਉਹ ਸਭ ਕੁਝ ਕਰ ਜਾਂਦੀਆਂ ਜਿਹੜੀਆਂ ਉਹਨਾਂ ਨੂੰ ਕਰਨਾ ਬਣਦਾ ਹੈ। ਉਹਨਾਂ ਦਾ ਧੰਦਾ ਹੈ, ਉਹਨਾਂ ਦਾ ਪੇਸ਼ਾ ਹੈ, ਇਹ ਉਹਨਾਂ ਦਾ ਕਿੱਤਾ ਹੈ, ਕਸਬ ਹੈ। ਲੇਕਿਨ ਜੇ ਬਲਬੀਰ ਸਿੰਘ ਰਾਜੇਵਾਲ ਫੈਸਲਾ ਲੈ ਕੇ ਪਿਛਾਂਹ ਮੁੜਦੇ ਆ ਤਾਂ ਜ਼ਿੰਦਗੀ ਭਰ ਦੀ ਕੀਤੀ ਮਿਹਨਤ ਉਹਨਾਂ ਦੀ ਮਿੱਟੀ ਹੋਊਗੀ। ਗੱਲ ਇਹ ਨਹੀਂ ਕਿ ਉਹ ਕਿੰਨੀਆਂ ਸੀਟਾਂ ਲੈ ਕੇ ਜਾਂਦੇ ਆ, ਗੱਲ ਇਹ ਹੈ ਕਿ ਜੇ ਲੜਨ ਤੁਰ ਪਏ ਤਾਂ ਪਿਛਾਂਹ ਕਿਉਂ ਮੁੜਨਾ, ਜੇ ਲੜਨ ਤੁਰ ਪਏ ਤਾਂ ਫਿਰ ਡਰਨਾ ਕਿਸ ਗੱਲ ਦਾ। ਜਾਂ ਤਾਂ ਫੈਸਲਾ ਲੈਣ ਲੱਗਿਆ ਸੋਚਣਾ ਬਣਦਾ ਸੀ, ਤੁਰਨ ਲੱਗਿਆ ਸਾਰੇ ਪੱਖ ਸਾਹਮਣੇ ਹੀ ਸੀਗੇ, ਕੋਈ ਓਲੇ ਵਾਲੀ ਗੱਲ ਤਾਂ ਸੀਗੀ ਨਹੀਂ। ਲੈ ਜੇ ਭਬਕ ਮਾਰ ਕੇ ਉੱਠੇ ਹੋ, ਜੇ ਜੁਰਤ ਕਰਕੇ ਤੋਰੀ ਪਏ ਹੋ, ਫਿਰ ਹੁਣ ਪੈਂਤੜਾ ਕਾਹਤੋਂ ਛੱਡਣਾ। ਲੋਕ ਤੁਹਾਨੂੰ ਬਹੁਤ ਬੁਰੇ ਤਰੀਕੇ ਨਾਲ ਯਾਦ ਕਰਿਆ ਕਰਨਗੇ ਕਿ ਤੁਸੀਂ ਪੰਜਾਬ ਦੇ ਲੜਾਕੂਆਂ ਦੀ ਇੱਜ਼ਤ ਮਿੱਟੀ ਕਰਤੀ। ਜੇ ਤੁਸੀਂ ਪਿਛਾਂਹ ਮੁੜਦੇ ਹੋ, ਲੜੋ। ਜੇ ਲਹਿਰਾਂ ਬਾਹਰੋਂ ਆ ਕੇ ਲੋਕ ਬਣਾ ਸਕਦੇ, ਤੁਸੀਂ ਕਿਉਂ ਨਹੀਂ ਬਣਾ ਸਕਦੇ? ਤੁਹਾਡੇ ਕੋਲ 25 ਦਿਨ ਨੇ, 28 ਦਿਨ ਨੇ, 20 ਦਿਨ ਨੇ, ਤੁਸੀਂ ਇੱਕ ਦਿਨ ਦੇ ਵਿੱਚ ਲਹਿਰਾਂ ਬਣਾ ਸਕਦੇ ਹੋ। ਜੇ ਤੁਸੀਂ ਜੁਰਤ ਨਾਲ ਅੱਗੇ ਵਧੋਗੇ, ਤੁਹਾਡੀ ਗੱਲ 'ਚ ਦਮ ਹੋਊਗਾ। ਜੇ ਤੁਹਾਡੀ ਗੱਲ ਦੇ ਵਿੱਚ ਭੋਰਾ ਜਿੰਨਾ ਵੀ ਸੱਚਾਈ ਨਜ਼ਰ ਆਊਗੀ ਲੋਕਾਂ ਨੂੰ, ਲੋਕ ਕਦੇ ਪਿੱਠ ਨਹੀਂ ਦਿਖਾਉਂਦੇ, ਨਾ ਦਿੱਲੀ ਦੇ ਮੋਰਚਿਆਂ ਦੇ ਦਿਖਾਈ, ਨਾ ਵੱਡੀ ਕਿਸਾਨੀ ਜਿੱਤ ਵੇਲੇ ਦਿਖਾਈ, ਨਾ ਅੱਜ ਦਿਖਾਉਣਗੇ। ਪਰ ਸ਼ਰਤ ਆ ਕਿ ਜੇ ਤੁਸੀਂ ਦੁਬਦਮਾਂ 'ਚ ਰਹੋਗੇ, ਦੁਚਿੱਤੀਆਂ 'ਚ ਰਹੋਗੇ, ਜਿਵੇਂ ਅੰਦਰੋਂ ਕਨਸੋਆਂ ਨੇ। ਇੱਕ ਵੱਡੀ ਅਖਬਾਰ ਕਹਿੰਦੀ ਹੈ ਸਟੈਪ ਬੈਕ ਹੋ ਸਕਦਾ ਹੈ। ਸਵਾਲ ਕਿਉਂ ਖੜਾ ਹੋਵੇ? ਇਹ ਸਵਾਲ ਖੜੇ ਹੀ ਕਿਉਂ ਹੋਣ? ਜੇ ਲੜਨ ਤੁਰਿਓ ਤਾਂ ਮਰਨ ਕਿਉਂ ਤੁਰਦੇ ਹੋ? ਜਾਓ ਇੱਕ ਵਾਰੀ ਫਿਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਗੱਲ ਰੱਖ ਕੇ ਤਾਂ ਵੇਖੋ, ਤੇ ਫਿਰ ਜੇ ਨਕਾਰੇ ਜਾਓਗੇ ਤਾਂ ਕੀ ਫਰਕ ਪੈਂਦਾ? ਲੜ ਕੇ ਤਾਂ ਮਰੇ, ਲੇਕਿਨ ਜੇ ਮੈਦਾਨ ਛੱਡ ਕੇ ਭੱਜੇ ਤਾਂ ਭਗੌੜੇ ਖਵਾਓਗੇ। ਤੇ ਪੰਜਾਬ ਦੇ ਵਿੱਚ ਭਗੌੜਿਆਂ ਨੂੰ ਕਈ ਤਸ਼ਬੀਹਾਂ ਦਿੱਤੀਆਂ ਜਾਂਦੀਆਂ, ਤੁਹਾਨੂੰ ਚੋਣ ਦ੍ਰਿਸ਼ ਖਰਾਬ ਕਰਨ ਲਈ ਵੀ ਮੰਨਿਆ ਜਾਊਗਾ। ਲੜ ਕੇ ਤਾਂ ਦੇਖੋ। ਕੀ ਕਹਿੰਦੇ ਹੋ ਹੁਣ ਮੈਨੂੰ ਦੱਸਿਓ ਤੁਸੀਂ। ਮਨਪ੍ਰੀਤ ਜੀ, ਮੈਂ ਜ਼ਿਆਦਾ ਭਾਸ਼ਣਬਾਜ਼ੀ ਕਰ ਰਿਹਾ, ਮਾਫੀ, ਸਾਡੀ ਔਕਾਤ ਕੀ ਹੈ ਜਿੰਨਾ ਬੋਲਦੇ ਆ ਜੀ। ਬਹੁਤ ਮਿਹਰਬਾਨੀ। ਰੰਧਾਵਾ ਜੀ, ਤੁਸੀਂ ਗੱਲ ਕੀਤੀ ਹੈ ਲਹਿਰਾਂ ਦੀ, ਲਹਿਰਾਂ ਬਣਾਉਣ ਦੀ। ਦੇਖੋ, ਜਿਹੜੀਆਂ ਕਿਸਾਨ ਜਥੇਬੰਦੀਆਂ ਚੋਣਾਂ ਦੇ ਵਿੱਚ ਕੁੱਦੀਆਂ ਨੇ, ਇਹਨਾਂ ਨੂੰ ਲਹਿਰਾਂ ਬਣਾਉਣ ਦੀ ਲੋੜ ਨਹੀਂ, ਲਹਿਰਾਂ ਪਹਿਲੇ ਹੀ ਬਣ ਚੁੱਕੀਆਂ ਨੇ। ਇਹ ਇਸ ਗੱਲ ਤੇ ਬਹੁਤ ਐਡਵਾਂਟੇਜ ਹੈ ਇਹਨਾਂ ਨੂੰ ਕਿ ਸਾਲ ਤੋਂ ਲਗਭਗ ਜਦੋਂ ਤੋਂ ਇਹ ਜਾ ਕੇ ਦਿੱਲੀ ਦੀਆਂ ਸਰਹੱਦਾਂ ਤੇ, ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ, ਤੇ ਉਦੋਂ ਲਹਿਰਾਂ ਹੀ ਬਣਦੀਆਂ ਰਹੀਆਂ। ਔਰ ਪੰਜਾਬ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿੰਨੇ ਪੱਕੇ ਮੋਰਚੇ ਲੱਗੇ ਹੋਏ ਸੀ। ਉਹ ਲਗਾਤਾਰ ਜਿਹੜੇ ਸੀ ਮੋਰਚੇ ਉਹ ਲੱਗੇ ਰਹੇ। ਸੋ ਦੇਖੋ, ਜਿਹੜਾ ਸੰਯੁਕਤ ਸਮਾਜ ਮੋਰਚਾ, ਉਹਨੂੰ ਲਹਿਰ ਬਣਾਉਣ ਦੀ ਲੋੜ ਨਹੀਂ ਹੈ, ਉਹਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ ਹੈ। ਉਹਨਾਂ ਦਾ ਪ੍ਰਚਾਰ ਘਰ ਘਰ ਹੋ ਚੁੱਕਾ। ਲੇਕਿਨ ਹਾਂ, ਜਿੱਥੋਂ ਤੱਕ ਉਹਨਾਂ ਨੂੰ ਹੈ ਕਿ ਉਹਨਾਂ ਨੇ ਹੁਣ ਇਹ ਚੋਣ ਲੜਨੀ ਹੈ ਜਾਂ ਨਹੀਂ ਲੜਨੀ, ਅੱਜ ਹੀ ਮੈਂ ਬਲਬੀਰ ਸਿੰਘ ਰਾਜੇਵਾਲ ਹੋਣਾ ਦਾ ਜਾਂ ਉਹਨਾਂ ਦੇ ਬਾਕੀ ਸਾਥੀਆਂ ਦੇ ਬਿਆਨ ਪੜ੍ਹ ਰਿਹਾ ਸੀ। ਮੈਨੂੰ ਲੱਗਦਾ ਉਹਨਾਂ ਨੇ ਪੱਕਾ ਇਰਾਦਾ ਕਰ ਲਿਆ ਕਿ ਉਹ ਹੁਣ ਪਿੱਛੇ ਨਹੀਂ ਹਟਣਗੇ। ਹਾਲਾਂਕਿ ਕੋਸ਼ਿਸ਼ਾਂ ਇਹ ਹੋ ਰਹੀਆਂ ਨੇ, ਖਾਸ ਤੌਰ ਤੇ ਆਮ ਆਦਮੀ ਪਾਰਟੀ ਵੱਲੋਂ। ਦੇਖੋ, ਮੈਨੂੰ ਕਈ ਵਾਰੀ ਲੱਗਦਾ ਹੁੰਦਾ ਜੋ ਭਾਰਤੀ ਜਨਤਾ ਪਾਰਟੀ ਨਹੀਂ ਕਰ ਸਕਦੀ ਨਾ, ਜਾਂ ਕਰ ਨਹੀਂ ਸਕੀ 1 ਸਾਲ ਦੇ ਦੌਰਾਨ, ਉਹ ਕਿਸਾਨਾਂ ਦੇ ਮੋਰਚੇ ਨੂੰ, ਕਿਸਾਨਾਂ ਦੇ ਸੰਘਰਸ਼ ਨੂੰ ਖਿਲਾਰ ਨਹੀਂ ਸਕੀ। ਸ਼ਾਇਦ ਆਮ ਆਦਮੀ ਪਾਰਟੀ ਉਹ ਸਭ ਕੁਝ ਕਰ ਰਹੀ ਆ। ਤੁਸੀਂ ਦੇਖੋ, ਇੱਕ ਪਾਸੇ ਤਾਂ ਤੁਸੀਂ ਕਿਸਾਨਾਂ ਦੇ ਹਮਾਇਤੀ ਬਣਦੇ ਹੋ, ਇੱਕ ਪਾਸੇ ਤੁਸੀਂ ਕਿਸਾਨਾਂ ਦੇ ਹਿਤੈਸ਼ੀ ਬਣਦੇ ਹੋ, ਲੇਕਿਨ ਜਦੋਂ ਤੁਸੀਂ ਸੀਟਾਂ ਦੀ ਵੰਡ ਨੂੰ ਲੈ ਕੇ ਆਉਂਦੇ ਹੋ ਤੇ ਤੁਸੀਂ ਅੜ ਜਾਂਦੇ ਹੋ। ਔਰ ਤੁਸੀਂ ਪਹਿਲਾਂ ਹੀ, ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਿਹਾ, ਪਹਿਲਾਂ ਹੀ ਸਾਰੀਆਂ ਸੀਟਾਂ ਐਲਾਨ ਦਿੰਦੇ ਹੋ, ਤੁਸੀਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੇ। ਹਾਲਾਂਕਿ ਤੁਹਾਡੀ ਗੱਲਬਾਤ, ਤੁਸੀਂ ਆਪ ਕਹਿੰਦੇ ਹੋ ਕਿ ਸਾਡੀ 6 ਮਹੀਨੇ ਤੋਂ ਗੱਲਬਾਤ ਚੱਲ ਰਹੀ ਸੀ। ਦੂਸਰੀ ਗੱਲ, ਤੁਸੀਂ ਰਜਿਸਟ੍ਰੇਸ਼ਨ ਨੂੰ ਲੈ ਕੇ, ਕਿ ਇਲੈਕਸ਼ਨ ਕਮਿਸ਼ਨ ਨੇ ਸੰਯੁਕਤ ਸਮਾਜ ਮੋਰਚੇ ਲਈ ਜਿਹੜੇ ਆਪਣੇ ਨਿਯਮ ਆ ਉਹ ਸਰਲ ਕਰਤੇ ਆ, ਇਸ ਗੱਲ ਤੇ ਵੀ ਤੁਸੀਂ ਦੇਖੋ ਕਿਸਾਨਾਂ ਦੇ ਵਿਰੁੱਧ ਖੜੇ ਹੁੰਨੇ ਹੋ। ਸੋ ਹਰ ਕਿਸੇ ਕਦਮ ਤੇ ਇੱਕ ਪਾਸੇ ਤਾਂ ਤੁਸੀਂ ਕਿਸਾਨਾਂ ਦੇ ਵਿਰੁੱਧ ਖੜੇ ਹੁੰਨੇ ਹੋ ਤੇ ਨਾਲ ਹੀ ਤੁਸੀਂ ਉਹਨਾਂ ਦੀ ਹਮਾਇਤ ਪ੍ਰਾਪਤ ਕਰਦੇ ਹੋ। ਇੱਥੇ ਲੱਗਦਾ ਕਿ ਇਹਨਾਂ ਦਾ, ਅਰਵਿੰਦ ਕੇਜਰੀਵਾਲ ਹੋਣਾ ਦਾ ਜਾਂ ਆਮ ਆਦਮੀ ਪਾਰਟੀ ਦਾ ਦੋਹਰਾਪਨ ਆ, ਦੋਗਲਾਪਨ ਆ, ਜਿਹੜਾ ਮੈਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਇਹ ਗੱਲ ਜਾ ਚੁੱਕੀ ਆ। ਜਿੱਥੋਂ ਤੱਕ ਕਿਸਾਨਾਂ ਦੀ ਗੱਲ ਆ, ਤੁਸੀਂ ਦੇਖੋ ਕਿਸਾਨ ਜਿਹੜੇ ਆ, ਜਿਹੜੀ ਇਹਨਾਂ ਦੀ 15 ਤਰੀਕ ਨੂੰ ਮੀਟਿੰਗ ਹੋਈ ਆ, ਉਹਦੇ 'ਚ ਬਿਲਕੁਲ ਬਾਜਤ ਨੇ, ਇਰਾਦਾ ਉਹਨਾਂ ਦਾ ਬਿਲਕੁਲ ਉਸੇ ਤਰ੍ਹਾਂ ਦਾ। 31 ਜਨਵਰੀ ਨੂੰ ਉਹਨਾਂ ਨੇ ਵਿਸ਼ਵਾਸਘਾਤ ਵਾਲਾ
ਜਿਹੜਾ ਮਾਰਚ ਕੱਢਣਾ ਜਾਂ ਪ੍ਰੋਟੈਸਟ ਕਰਨਾ ਪੂਰੇ 5 ਸਟੇਟਸ ਦੇ ਵਿੱਚ, ਪੂਰੇ 5 ਸੂਬਿਆਂ 'ਚ ਹੋਏਗਾ। ਉਹਦੇ ਵਿੱਚ ਲਖੀਮਪੁਰ ਖੀਰੀ ਹੋਈ, MSP ਹੋਈ, ਜਾਂ ਤਮਾਮ ਜਿਹੜੇ ਮੁੱਦੇ ਨੇ ਕਿਸਾਨਾਂ ਨੂੰ ਲੈ ਕੇ, ਉਹ ਉਸੇ ਤਰ੍ਹਾਂ ਉਹਨਾਂ ਜਿਹੜੇ ਪ੍ਰੋਟੈਸਟ ਹੋਣਗੇ, ਸੰਘਰਸ਼ ਹੋਏਗਾ, ਜਾਂ ਜਿਹੜਾ ਉਸ ਦਿਨ ਜਿਹੜਾ ਵਿੱਢਿਆ ਜਾਏਗਾ ਸੰਘਰਸ਼, ਉਸ ਵਿੱਚ ਉਹ ਇਸ ਚੀਜ਼ ਨੂੰ ਉਭਾਰਨਗੇ। ਹੁਣ ਗੱਲ ਰਹਿ ਗਈ ਕਿ ਕੀ ਇਹ ਪਿੱਛੇ ਮੁੜਦੇ ਆ, ਔਰ ਤੁਸੀਂ ਬਿਲਕੁਲ ਇਹਦੀ ਚੰਗੀ ਤਰ੍ਹਾਂ ਵਿਆਖਿਆ ਕਰਤੀ ਆ। ਮੈਨੂੰ ਲੱਗਦਾ ਨਹੀਂ ਆ, ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਕਿਹਾ, ਕਿਉਂਕਿ ਕਿਸਾਨ ਜਥੇਬੰਦੀਆਂ ਨੂੰ ਰੰਧਾਵਾ ਜੀ ਇਹ ਲੱਗਦਾ ਕਿ ਇਹਨਾਂ ਲੋਕਾਂ ਦੇ, ਕਿਉਂਕਿ ਬਲਬੀਰ ਸਿੰਘ ਰਾਜੇਵਾਲ ਬਹੁਤ ਵੱਡੇ ਜਿਹੜੇ ਲੀਡਰ ਹੋ ਕੇ ਉੱਭਰੇ ਨੇ ਇਸ ਸੰਘਰਸ਼ ਦੌਰਾਨ, ਉਹ ਚਾਹੁੰਦੇ ਨੇ ਕਿ ਕਿਸੇ ਰਾਜਨੀਤਿਕ ਕਾਰਨ ਕਰਕੇ ਜਾਂ ਸਿਆਸੀ ਕਾਰਨ ਕਰਕੇ ਸਾਡੇ ਆਪਣੇ ਹੀ ਲੀਡਰ ਦਾ ਕਿਤੇ ਕੱਦ ਨਾ ਛੋਟਾ ਹੋ ਜੇ, ਜਾਂ ਜਿਹੜੇ ਸੰਘਰਸ਼ ਨੂੰ, ਸਾਡੇ ਸੰਘਰਸ਼ ਜਿਹੜਾ ਅਸੀਂ ਵਿੱਢਿਆ ਹੋਇਆ, ਉਸ ਨੂੰ ਕਿਤੇ ਢਾਹ ਨਾ ਲੱਗ ਜੇ। ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋ ਉਹ ਚਾਹੁੰਦੇ ਨੇ ਕਿ ਪਿੱਛੇ ਹਟ ਜਾਣ। ਲੇਕਿਨ ਮੈਨੂੰ ਲੱਗਦਾ ਅੰਦਰੋਂ ਵੀ ਕਿਸਾਨ ਜਥੇਬੰਦੀਆਂ ਵੀ ਚਾਹੁੰਦੀਆਂ ਕਿ ਜੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਜਾਂ ਸਿਆਸਤ ਦੇ ਵਿੱਚ ਕਿਸੇ ਤਰ੍ਹਾਂ ਦੀ ਰੈਪਰੈਜ਼ੈਂਟੇਸ਼ਨ ਮਿਲ ਜੇ ਜਾਂ ਨੁਮਾਇੰਦਗੀ ਮਿਲ ਜੇ, ਉਹਨਾਂ ਦਾ ਵੀ ਕੋਈ ਨੁਮਾਇੰਦਾ ਜਿਹੜਾ ਹੈਗਾ ਉਹ ਅੱਗੇ ਹੋ ਕੇ ਬੋਲੇ ਉਹਨਾਂ ਵਾਸਤੇ, ਤੇ ਮੈਨੂੰ ਲੱਗਦਾ ਇਹ 'ਚ ਕੋਈ ਮਾੜੀ ਗੱਲ ਹੋਵੇਗੀ ਨਹੀਂ। ਔਰ ਮੈਨੂੰ ਲੱਗਦਾ ਨਹੀਂ, ਹਾਲਾਂਕਿ ਦੂਸਰੀ ਵਾਰੀ ਉਹਨਾਂ ਨੇ ਲਿਸਟ ਅੱਗੇ ਪਾਤੀ ਆ ਕਿ ਉਹ ਕਹਿੰਦੇ ਆ ਕਿ ਅਸੀਂ ਜਲਦੀ ਹੀ ਲਿਸਟ ਜਿਹੜੀ ਉਹ ਜਾਰੀ ਕਰਾਂਗੇ, ਲੇਕਿਨ ਮੈਨੂੰ ਲੱਗਦਾ ਬਲਬੀਰ ਸਿੰਘ ਰਾਜੇਵਾਲ ਹੁਣ ਪਿੱਛੇ ਹਟਣਗੇ ਨਹੀਂ। ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਜੀ। ਜਦੋਂ ਸੰਯੁਕਤ ਕਿਸਾਨ ਮੋਰਚੇ ਦੇ ਦਿੱਲੀ 'ਚ ਕੀਤੇ ਫੈਸਲਿਆਂ ਨੂੰ, ਕੱਲ ਵਾਲਿਆਂ ਨੂੰ ਲੋਕ, ਪਰਸੋਂ ਸ਼ਾਇਦ, ਜਦੋਂ ਦਿੱਲੀ 'ਚ ਫੈਸਲੇ ਹੋਏ ਕਿ 4 ਮਹੀਨੇ ਲਈ ਸੰਯੁਕਤ ਸਮਾਜ ਮੋਰਚੇ ਨਾਲ ਜੁੜੀਆਂ ਧਿਰਾਂ ਜਾਂ ਇਲੈਕਸ਼ਨ ਲੜਨ ਵਾਲੀਆਂ ਧਿਰਾਂ ਨੂੰ ਪਾਸੇ ਰੱਖਿਆ ਜਾਵੇ, ਤਾਂ ਇਹ ਕੋਈ ਜੱਗੋਂ ਤੇਰ ਵੀ ਨਹੀਂ ਸੀ। ਇਹਨੂੰ ਇਵੇਂ ਪ੍ਰਚਾਰਿਆ ਗਿਆ ਜਿਵੇਂ ਸੰਯੁਕਤ ਕਿਸਾਨ ਮੋਰਚੇ ਨੇ ਸੰਯੁਕਤ ਸਮਾਜ ਮੋਰਚੇ ਨੂੰ ਦਰਕਨਾਰ ਕਰਤਾ, ਉਹਦਾ ਵਿਰੋਧ ਕਰਤਾ। ਐਸਾ ਕੁਝ ਨਹੀਂ ਹੈ। ਔਰ ਸੰਯੁਕਤ ਕਿਸਾਨ ਮੋਰਚਾ ਸ਼ੁਰੂ ਤੋਂ ਰਾਜਨੀਤੀ ਨਾਲੋਂ ਦੂਰੀ ਬਣਾ ਕੇ ਚੱਲਦਾ। ਜੇ ਉਹ ਆਪਣੇ ਸਟੈਂਡ ਤੇ ਕਾਇਮ ਨਾ ਰਹਿੰਦੇ ਤਾਂ ਉਹਨਾਂ ਤੇ ਹਰਫ ਉੱਠਣਾ ਸੀ, ਸਵਾਲ ਆਉਣੇ ਸੀ। ਉਹਨਾਂ ਨੇ ਬਿਲਕੁਲ ਠੀਕ ਫੈਸਲਾ ਲਿਆ। ਕੁਝ ਧਿਰਾਂ ਸੰਘਰਸ਼ ਵਿੱਚ ਰਹਿਣਗੀਆਂ, ਅੰਦੋਲਨ ਕਰਦੀਆਂ ਰਹਿਣਗੀਆਂ, ਜਿਨ੍ਹਾਂ ਦੇ ਸੰਵਿਧਾਨ ਦੇ ਵਿੱਚ ਇਲੈਕਸ਼ਨਾਂ ਲੜਨ ਦੇ ਖਿਲਾਫ ਮਤੇ ਨੇ, ਉਹ ਨਹੀਂ ਅੱਗੇ ਵਧਣਾ ਚਾਹੁੰਦੀਆਂ। ਉਹਨਾਂ ਨੂੰ ਆਪਣਾ ਤਰੀਕਾ ਅੱਗੇ ਜਾਰੀ ਰੱਖਣਾ ਚਾਹੀਦਾ। ਸੰਯੁਕਤ ਸਮਾਜ ਮੋਰਚੇ ਲਈ ਉਹਨਾਂ ਨੇ ਕੋਈ ਪਾਬੰਦੀ ਲਾਈ ਨਹੀਂ। 4 ਮਹੀਨਿਆਂ ਲਈ ਵੱਖ ਕਰਨ ਦਾ ਸਾਫ਼ ਮਤਲਬ ਹੈ ਕਿ ਉਦੋਂ ਤੱਕ ਚੋਣ ਪ੍ਰਕਿਰਿਆ ਪੂਰੀ ਹੋ ਚੁੱਕੀ ਹੋਊਗੀ। ਜੇਕਰ ਇਹ ਵਾਪਸ ਜਾਣਾ ਚਾਹਣਗੇ ਇਹਨਾਂ ਚੋਂ ਜਥੇਬੰਦੀਆਂ ਜਾਂ ਲੀਡਰ, ਤਾਂ ਉਹਨਾਂ ਦਾ ਵੈਲਕਮ ਕਰਨਗੇ, ਕਿਉਂਕਿ ਅੰਦੋਲਨਾਂ ਦੇ ਵਿੱਚ ਇੱਕ ਇੱਕ ਬੰਦੇ ਦੀ ਲੋੜ ਹੁੰਦੀ ਆ। ਇਹ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ। ਦੂਜੀ ਗੱਲ ਜਿਹੜੀ ਤੁਸੀਂ ਅਹਿਮ ਕੀਤੀ ਆ ਕਿ ਆਮ ਆਦਮੀ ਪਾਰਟੀ ਸੰਯੁਕਤ ਸਮਾਜ ਮੋਰਚੇ ਦਾ ਵਿਰੋਧ ਕਰਕੇ ਇਹਨੂੰ ਬੀਜੇਪੀ ਸਪਾਂਸਰਡ ਮੋਰਚਾ ਕਹਿ ਰਹੀ ਆ। ਇਹਦੇ ਵਿੱਚ ਵੀ ਕੇਜਰੀਵਾਲ ਸਾਹਿਬ ਦੇ ਸਾਹਮਣੇ ਲੋਕ ਸਵਾਲ ਕਰਨਗੇ ਕਿ ਜਦੋਂ ਤੁਹਾਡੇ ਕੋਲ, ਤੁਸੀਂ ਬਹੁਤ ਪਿਆਰੀ ਗੱਲ ਕਰਤੀ ਕਿ ਮੌਕਾ ਸੀ, ਜਦੋਂ ਬਦਲਾਅ ਲਈ ਤੁਸੀਂ ਤੁਰੇ ਸੀ, ਤੁਹਾਨੂੰ ਸਾਰੀਆਂ ਧਿਰਾਂ ਜਿਹੜੀਆਂ ਰਵਾਇਤ ਦੇ ਖਿਲਾਫ ਨੇ ਉਹਨਾਂ ਦੇ ਨਾਲ ਗੱਠਜੋੜ ਕਰਨਾ ਤੁਹਾਡਾ ਧਰਮ ਸੀ। ਤੁਸੀਂ ਸਭ ਤੋਂ ਵੱਡੀ ਧਿਰ ਸੀ, ਤੁਸੀਂ ਦਿੱਲੀ 'ਚ ਰਾਜ ਕਰਦੇ ਹੋ, ਮੁੱਖ ਮੰਤਰੀ ਹੋ, ਤੁਸੀਂ ਸਥਾਪਤੀ ਦੇ ਖਿਲਾਫ ਸਥਾਪਿਤ ਹੋ ਚੁੱਕੇ ਹੋ। ਤੇ ਫਿਰ ਕੇਜਰੀਵਾਲ ਨੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਕਾਲੀ ਦੇ ਵਿੱਚ ਬਾਕੀਆਂ ਨੂੰ ਨਕਾਰਨ ਦਾ ਤਰੀਕਾ ਅਪਣਾਇਆ। ਜਦੋਂ ਤੁਸੀਂ ਦੱਸਿਆ ਕਿ ਉਹਨਾਂ ਨੇ ਸਾਰੀਆਂ ਟਿਕਟਾਂ ਕਾਲੀ 'ਚ ਅਨਾਉਂਸ ਕਰਤੀਆਂ, ਰਾਜੇਵਾਲ ਜੇ ਘਰ ਵੀ ਆਏ ਸੀ ਤੇ ਤੁਸੀਂ ਉਹਨਾਂ ਦਾ ਮੁੱਲ ਕੀ ਪਾਇਆ। ਇਹ ਵੀ ਵੱਡੀ ਗੱਲ ਆ ਕਿ ਕੇਜਰੀਵਾਲ ਦੂਜਿਆਂ ਤੇ ਦੋਸ਼ ਲਾ ਕੇ ਉਹਨਾਂ ਨੂੰ ਛੋਟੇ ਕਰਨਾ ਚਾਹੁੰਦੇ ਆ, ਔਰ ਜਦੋਂ ਕਿਧਰੇ ਨਿਰਪੱਖ ਵਿਸ਼ਲੇਸ਼ਣ ਹੋਣਗੇ ਤਾਂ ਕੇਜਰੀਵਾਲ ਦੋਸ਼ੀ ਪਾਏ ਜਾਣਗੇ ਕਿ ਉਹਨਾਂ ਨੇ ਰਵਾਇਤੀ ਪਾਰਟੀਆਂ ਦੇ ਖਿਲਾਫ ਇਕਜੁੱਟਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਾਂ ਦਿਖਾਈ ਨਹੀਂ, ਜਾਂ ਵੱਡਾਪਣ ਨਹੀਂ ਦਿਖਾਇਆ। ਉਹਨਾਂ ਦੀਆਂ ਮਤਲਬ ਪ੍ਰਸਤੀਆਂ ਸੀ। ਇਹਦੇ ਵਿੱਚ ਕਈ ਇਲਜ਼ਾਮ ਵੀ ਨੇ। ਸੋ ਰਾਜੇਵਾਲ ਨੇ ਹੁਣ ਡਿਸਾਈਡ ਕਰਨਾ ਹੈ ਕਿ ਪੰਜਾਬ ਦੀ ਜੜ ਨੂੰ ਜਿਹੜੀ ਖੇਤਰੀ ਪਾਰਟੀ ਚਾਹੀਦੀ ਆ। ਅਕਾਲੀ ਦਲ ਜਿੱਥੇ ਜਿੱਥੇ ਫੇਲ ਹੋਇਆ, ਰਾਜੇਵਾਲ ਇਸ ਰੂਹ ਨੂੰ ਜਾਣਦੇ ਆ। ਪਿਛਲੇ 50 ਸਾਲਾਂ ਦੇ ਵਿੱਚ ਉਹਨਾਂ ਪੰਜਾਬ ਦੀ ਰਾਜਨੀਤੀ ਬਦਲਦੀ ਵੇਖੀ ਆ। ਜੇ ਉਹਨਾਂ ਨੂੰ ਕੱਦ ਦੇਤਾ ਕੁਦਰਤ ਨੇ ਅੰਦੋਲਨ ਚੋਂ, ਜੇ ਉਹ ਵੱਡੇ ਲੀਡਰ ਬਣਿਆ, ਤਾਂ ਫਿਰ ਉਹਨਾਂ ਦੀ ਡਿਊਟੀ ਬਣਦੀ ਆ ਕਿ ਹੁਣ ਉਹ ਆਪਣੇ ਇਸ ਕੱਦ ਦਾ ਇਸ ਖਿੱਤੇ ਲਈ ਇਸਤੇਮਾਲ ਕਰਨ। ਨਹੀਂ ਤੇ ਫਿਰ ਉਹ ਵੀ ਉਸੇ ਕਟਹਿਰੇ 'ਚ ਖੜੇ ਹੋਣਗੇ ਜਿਹੜੇ ਖੁਦਗਰਜ਼ਾਂ ਦੀ, ਮਤਲਬ ਪ੍ਰਸਤਾਂ ਦੀ, ਭਗੌੜਿਆਂ ਦੀ ਲਿਸਟ ਹੋਊਗੀ। ਕੀ ਕਹਿੰਦੇ ਹੋ? ਬਿਲਕੁਲ ਤੁਹਾਡੀ ਗੱਲ ਠੀਕ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਦੇਖੋ, ਅਰਵਿੰਦ ਕੇਜਰੀਵਾਲ ਹੋਣਾ ਤੇ ਬਹੁਤ ਸਾਰੇ ਪਿਛਲੇ ਦਿਨਾਂ 'ਚ ਵੀ ਇਲਜ਼ਾਮ ਲੱਗੇ ਆ। ਜਦੋਂ 3 ਖੇਤੀ ਕਾਨੂੰਨ ਆਏ ਸੀ ਤੇ ਉਸ ਟਾਈਮ ਵੀ ਕਿਹਾ ਸੀ ਕਿ ਇੱਕ ਖੇਤੀ ਕਾਨੂੰਨ ਦੀ ਉਹਨਾਂ ਨੇ ਜਿਹੜੀ ਨੋਟੀਫਿਕੇਸ਼ਨ ਆ ਆਪਣੇ ਵਿਧਾਨ ਸਭਾ 'ਚੋਂ ਜਾਰੀ ਕਰਤੀ। ਕੈਪਟਨ ਅਮਰਿੰਦਰ ਸਿੰਘ ਵੀ ਦੋਸ਼ ਲਾਉਂਦੇ ਰਹੇ ਨੇ ਕਿ ਤੁਸੀਂ ਮਤਾ ਨਹੀਂ ਲੈ ਕੇ ਆਏ। ਬਾਅਦ ਦੇ ਵਿੱਚ ਖੈਰ ਮਤਾ ਲੈ ਕੇ ਆਏ ਉਹ ਖੇਤੀ ਕਾਨੂੰਨਾਂ ਦੇ ਖਿਲਾਫ। ਨਰੇਲਾ ਦੇ ਵਿੱਚ ਮਨਜੀਤ ਸਿੰਘ ਰਾਏ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ, ਉਹਨਾਂ ਨੇ ਕਿਹਾ ਕਿ ਤੁਹਾਡੇ ਇੱਥੇ ਤੁਸੀਂ MSP ਦੀ ਗੱਲ ਕਰਦੇ ਹੋ, ਇੱਥੇ ਜਿਹੜੇ ਆ ਤੁਹਾਡੇ ਮੁੱਲ ਸਹੀ ਨਹੀਂ ਮਿਲਦੇ। ਹੁਣ ਤੁਸੀਂ ਇੱਕ ਚੀਜ਼ ਹੋਰ ਦੇਖ ਲਓ, ਪਿਛਲੇ ਦਿਨਾਂ ਦੇ ਵਿੱਚ ਚਾਹੇ ਉਹ ਮੁੱਖ ਮੰਤਰੀ ਦੀ ਗੱਲ ਹੋਵੇ, ਚਾਹੇ ਹੋਰ ਤਮਾਮ ਤਰ੍ਹਾਂ ਦੇ ਮਸਲੇ ਹੋਣ, ਜਾਂ ਬਿਕਰਮ ਸਿੰਘ ਮਜੀਠੀ ਦੀ ਗੱਲ ਹੋਵੇ, ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਹੈਗਾ ਕਿ ਜਿਹੜੇ ਅਰਵਿੰਦ ਕੇਜਰੀਵਾਲ ਆ ਉਹ ਪੰਜਾਬ ਦੇ ਲੋਕਾਂ ਦੇ ਜਿਹੜੇ ਆਪਣੇ ਹਿੱਤ ਆ ਜਾਂ ਜਿੰਨਾ ਉਹਨਾਂ ਦੀਆਂ ਆਸ਼ਾਵਾਂ ਨੇ ਜਾਂ ਆਸਾਂ, ਉਸ ਹਿਸਾਬ ਨਾਲ ਨਹੀਂ ਨਿੱਤਰਲੇ, ਕਿਸੇ ਨਾ ਕਿਸੇ ਏਜੰਡੇ ਹੇਠ ਉਹ ਨਿੱਤਰ ਰਹੇ ਨੇ।
ਅੱਛਾ, ਤੁਸੀਂ ਦਵਿੰਦਰ ਸਿੰਘ ਭੁੱਲਰ ਹੋਣਾ ਦੀ ਗੱਲ ਕਰ ਲਓ, ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ। ਉੱਥੇ ਵੀ ਤੁਹਾਨੂੰ ਪਤਾ ਉਹਨਾਂ ਦੇ ਖਿਲਾਫ ਇੱਕ ਮੋਰਚਾ ਖੁੱਲਣ ਜਾ ਰਿਹਾ। ਪਹਿਲਾਂ ਹੀ ਕਹਿਤਾ, ਜਿਹੜੀ ਹਰਿਆਣੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨਾਂ ਨੇ ਕਹਿਤਾ ਕਿ ਅਸੀਂ ਇਹਨਾਂ ਦੇ ਖਿਲਾਫ ਮੋਰਚਾ ਛੇੜਾਂਗੇ, ਕਿਉਂਕਿ ਇਹਨਾਂ ਨੇ ਆਪਣੀ ਉਸ ਬੈਠਕ ਦੇ ਵਿੱਚ ਮਨਜ਼ੂਰੀ ਨਹੀਂ ਦਿੱਤੀ ਕਿ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ। ਵੈਸੇ ਇਹਨਾਂ ਦਾ ਤੁਹਾਨੂੰ ਪਤਾ, ਬਲਜੀਤ ਸਿੰਘ ਦਾਦੂਵਾਲ ਜਿਹੜੇ ਪ੍ਰਧਾਨ ਨੇ ਉੱਥੋਂ ਦੇ ਜੀ। ਹਾਂਜੀ, ਬਲਜੀਤ ਸਿੰਘ ਦਾਦੂਵਾਲ ਨੇ ਇਹ ਗੱਲ ਕਹੀ ਆ। ਸੋ ਇਹ ਸਾਰੀਆਂ ਗੱਲਾਂ ਤੇ ਇੱਕ ਪਾਸੇ ਤਾਂ ਤੁਸੀਂ ਧਿਰ ਬਣਦੇ ਹੋ, ਔਰ ਤੁਸੀਂ ਦੇਖੋ ਇਹ ਪਹਿਲੀ ਵਾਰੀ ਨਹੀਂ ਰੰਧਾਵਾ ਜੀ ਗੱਲ ਹੋਈ। ਮੈਨੂੰ ਯਾਦ ਆ ਜਦੋਂ JNU ਦੇ ਸਟੂਡੈਂਟ ਹੁੰਦੇ ਸੀ, ਇਹ ਜਿਹੜੇ ਕਨਈਆ ਕੁਮਾਰ ਹੁਣ ਤਾਂ ਕਾਂਗਰਸ ਚ ਆ ਗਏ, ਪਹਿਲਾਂ ਉਹ ਕਮਿਊਨਿਸਟ ਪਾਰਟੀਆਂ ਨਾਲ ਵੀ ਜੁੜੇ ਸੀ। ਉਸ ਤੋਂ ਬਾਅਦ ਇੱਕ JNU ਦੇ ਹੋਰ ਸਟੂਡੈਂਟ ਸੀ ਉਮਰ ਖਾਲਿਦ, ਉਹਨਾਂ ਨੂੰ ਪ੍ਰੋਸੀਕਿਊਟ ਕਰਨ ਦੀ ਗੱਲ ਸੀ ਤੇ ਦਿੱਲੀ ਸਰਕਾਰ ਨੇ ਪ੍ਰੋਸੀਕਿਊਸ਼ਨ ਦੀ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਸੀ। ਇਸ ਗੱਲ ਦੀ ਵੀ ਅਰਵਿੰਦ ਕੇਜਰੀਵਾਲ ਹੋਣਾ ਦੀ ਬਹੁਤ ਉਹਨਾਂ ਦਾ ਵਿਰੋਧ ਹੋਇਆ ਸੀ ਕਿ ਤੁਸੀਂ ਫਿਰ ਭਾਰਤੀ ਜਨਤਾ ਪਾਰਟੀ ਨਾਲ ਖੜ ਗਏ। ਸੋ ਲਗਾਤਾਰ ਕਿਤੇ ਨਾ ਕਿਤੇ ਜਦੋਂ ਇਹ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ, ਜਿਸ ਤਰ੍ਹਾਂ ਉਹ ਅਕਸਰ ਇਹ ਦੋਸ਼ਾਂ ਨੂੰ ਨਕਾਰਦੇ ਰਹੇ, ਉਹ ਕਹਿੰਦੇ ਇਹੋ ਜਿਹੀ ਕੋਈ ਗੱਲ ਨਹੀਂ, ਲੇਕਿਨ ਜਦੋਂ ਨਾਲ ਖੜੇ ਹੋਏ ਵਿਖਾਈ ਦਿੰਦੇ ਆ ਤੇ ਫਿਰ ਲੋਕਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਇਹ ਇੱਕ ਖਦਸ਼ਾ ਜਾਂ ਇਹ ਡਰ ਜ਼ਰੂਰ ਪੈਦਾ ਹੁੰਦਾ ਕਿ ਜਿਸ ਭਾਰਤੀ ਜਨਤਾ ਪਾਰਟੀ ਦਾ ਅਸੀਂ ਇੱਥੇ ਖੁੱਲ ਕੇ ਵਿਰੋਧ ਕਰ ਰਹੇ ਹਾਂ, ਇੱਕ ਹੋਰ ਜਿਹੜੀ ਧਿਰ ਆ ਕੇ ਜਿਹੜੀ ਕਿਤੇ ਪੰਜਾਬ ਦੀ ਗੱਲ ਕਰਦੀ ਸੀ, ਅੱਜ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀਆਂ ਜਾਂ ਜਿਸ ਤਰ੍ਹਾਂ ਦੇ ਮੁੱਦੇ ਚੁੱਕ ਰਹੀ ਆ, ਉਹ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਆਪਣੀ ਮਾਨਸਿਕਤਾ ਉਹਦੇ ਨਾਲ ਠੀਕ ਨਹੀਂ ਬੈਠਦੇ। ਇਸ ਗੱਲ ਦਾ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਸੋਚਣਾ ਪਊਗਾ, ਉਹਨਾਂ ਦੀ ਪਾਰਟੀ ਨੂੰ ਵੀ ਸੋਚਣਾ ਪਊਗਾ। ਔਰ ਜਿਸ ਤਰ੍ਹਾਂ ਦੇ ਉਹ ਕਰ ਰਹੇ ਕਿ ਸਾਨੂੰ 15 ਲੱਖ ਕਾਲਾਂ ਆ ਗਈਆਂ ਤੇ ਆਹ ਫਲਾਣਾ ਮੁੱਖ ਮੰਤਰੀ ਆ, ਇਸ ਤੇ ਵੀ ਹੁਣ ਸਵਾਲ ਖੜੇ ਹੋ ਗਏ ਰੰਧਾਵਾ ਜੀ। ਲੋਕ ਕਹਿੰਦੇ ਨੇ ਕਿ ਤੁਸੀਂ ਕੀ ਗੱਲ, ਤੁਸੀਂ ਇਹ ਜਿਹੜਾ ਡਾਟਾ ਜਨਤਕ ਕਰ ਸਕਦੇ ਹੋ, ਤੇ ਨਾਲੇ ਸਾਨੂੰ ਇਹ ਦੱਸੋ, ਬਹੁਤ ਸਾਰੇ RTI ਐਕਟਿਵਿਸਟ ਆ, ਉਹ ਕਹਿੰਦੇ ਸਾਨੂੰ ਇਹ ਦੱਸੋ ਵੀ ਤੁਸੀਂ ਜਿਹੜਾ ਇਹਨਾਂ ਦੇ ਵਿੱਚ ਡਿਫਰੈਂਸ ਕਿੱਦਾਂ ਕਰਦੇ ਹੋ ਕਿ ਇਹ ਕਾਲ ਤੁਹਾਡੇ ਕਿਸੇ ਚਹੇਤੇ ਦੀ ਆਈ ਆ ਜਾਂ ਜਾਣਬੁੱਝ ਕੇ ਕੋਈ ਕਰ ਰਿਹਾ ਕਾਲ। ਸੋ ਇਸ ਗੱਲ ਦਾ ਕਹਿੰਦੇ ਲੋਕ ਕਹਿੰਦੇ ਸਾਨੂੰ ਪਤਾ ਨਹੀਂ। ਖੈਰ, ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਕਿਹੜੇ ਪਾਸੇ ਜਾਂਦੀ ਆ। ਜੀ ਰੰਧਾਵਾ ਜੀ, ਦੇਖੋ, ਜੇ ਤੁਹਾਨੂੰ ਕੋਈ ਸਹੂਲਤ ਮਿਲੇ ਤੁਸੀਂ ਖੁਸ਼ ਹੁੰਦੇ ਹੋ, ਜੇ ਦੂਜੇ ਨੂੰ ਮਿਲੇ ਦੁਖੀ ਹੁੰਦੇ ਹੋ। ਇਹ ਵਰਤਾਰੇ ਵੱਡੇ ਬੰਦਿਆਂ ਨੂੰ ਸ਼ੋਭਾ ਨਹੀਂ ਦਿੰਦੇ। ਜੇ ਚੋਣ ਕਮਿਸ਼ਨ ਨੇ ਕੋਈ 7 ਦਿਨ ਦੇ ਵਿੱਚ ਨਵੀਆਂ ਪਾਰਟੀਆਂ ਨੂੰ ਮਾਨਤਾ ਦੇਣ ਦਾ ਪ੍ਰੋਗਰਾਮ ਰੱਖਿਆ ਤੇ ਸਮੂਹਿਕ ਤੌਰ ਤੇ ਆ, ਉਹ ਦੂਜਿਆਂ ਸਾਰਿਆਂ ਲਈ ਵੀ ਆ। ਲੇਕਿਨ ਇੱਕ ਹੋਰ ਗੱਲ ਆ, ਕੇਜਰੀਵਾਲ ਸਾਹਿਬ ਬਦਲਾਅ ਲਈ ਲੜਨ ਵਾਲੇ ਪਹਿਲੇ ਚਿਹਰੇ ਆ ਪਿਛਲੇ ਲਗਭਗ 20 ਸਾਲਾਂ ਦੇ ਵਿੱਚ, ਤੇ ਜੇਕਰ ਕੋਈ ਹੋਰ ਵੀ ਲੜਨ ਲਈ ਆਉਂਦਾ। ਆਵਾਜ਼ ਜੀ ਜੀ, ਮੈਂ ਇਹ ਕਹਿ ਰਿਹਾ ਸੀਗਾ ਕਿ ਜੇਕਰ ਤੁਹਾਨੂੰ ਪਹਿਲੀ ਵਾਰੀ ਲੋਕਾਂ ਨੇ ਸਵੀਕਾਰ ਕੀਤਾ ਬਦਲਾਅ ਦੇ ਨਜ਼ਰੀਏ ਤੋਂ, ਤੇ ਜੇ ਕੋਈ ਹੋਰ ਆਉਂਦਾ ਤੇ ਉਹਦਾ ਵੀ ਵੈਲਕਮ ਕਰੋ, ਹਰਜ ਕੀ ਹੈ। ਇਹ ਤੁਹਾਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਕਿ ਘੱਟੋ ਘੱਟ ਇਹ ਸਥਾਪਤੀ ਨਾਲੋਂ ਤੇ ਥੋੜੇ ਜਿਹੇ ਚੰਗੇ ਹੋਣਗੇ ਹੀ ਨਾ ਜੀ। ਜੇ ਕੇਜਰੀਵਾਲ ਸਾਹਿਬ ਤੁਹਾਡੀਆਂ ਲੀਆਂ ਤੇ ਤੁਹਾਡੇ ਨਕਸ਼ੇ ਕਦਮਾਂ ਤੇ ਕੋਈ ਚੱਲਣਾ ਚਾਹੁੰਦਾ ਤੇ ਉਹ ਮਾੜਾ ਨਾ ਹੋ ਕਹੋ ਉਹਨੂੰ, ਲੋਕ ਤੁਹਾਨੂੰ ਵੀ ਕਟਹਿਰੇ 'ਚ ਖੜਾ ਕਰਨਗੇ ਕਿ ਤੁਸੀਂ ਕਿਵੇਂ ਚੰਗੇ ਜੇ ਰਾਜੇਵਾਲ ਮਾੜੇ ਤਾਂ। ਮੈਂ ਹੁਣ ਆਖਰੀ ਗੱਲ ਤੁਹਾਡੇ ਨਾਲ, ਕਿਉਂਕਿ ਮੈਨੂੰ ਲੱਗਦਾ ਸਾਨੂੰ ਟੈਕਨੀਕਲ ਸਮੱਸਿਆ ਦਾ ਸਾਹਮਣਾ ਹੈ, ਮੈਂ ਆਖਰੀ ਗੱਲ ਪੁੱਛਣਾ ਚਾਹੂੰਗਾ। ਕਹਿੰਦੇ 2-3 ਵਾਰੀ ਮੀਟਿੰਗਾਂ ਤੋਂ ਬਾਅਦ ਬੀਜੇਪੀ ਕੈਪਟਨ ਦੀ ਆਪਸ ਵਿੱਚ ਗੱਲ ਬਣੀ ਨਹੀਂ। ਕੈਪਟਨ ਸਾਹਿਬ ਕਹਿੰਦੇ ਆ, ਜਾਂ ਉਹਨਾਂ ਦੇ ਬੰਦੇ ਜਿਹੜੇ 6 ਮੈਂਬਰੀ ਕਮੇਟੀ 'ਚ ਹੈ, ਉਹਨਾਂ ਦਾ ਪੁੱਤਰ ਵੀ ਹੈ ਵਿੱਚ, ਕਿ ਕੈਪਟਨ ਸਾਹਿਬ ਦਾ ਕੱਦ ਬੜਾ ਵੱਡਾ, 2 ਵਾਰ ਦੇ ਮੁੱਖ ਮੰਤਰੀ ਆ, ਉਹਨਾਂ ਦੀ ਸ਼ਹਿਰਾਂ ਪਿੰਡਾਂ 'ਚ ਇੱਕੋ ਜੀ ਮਾਨਤਾ ਹੈ। ਸੋ ਸਾਨੂੰ ਤੁਸੀਂ ਦਿਓ ਸ਼ਹਿਰੀ ਵੀ ਤੇ ਪਿੰਡੂ ਵੀ, ਤੇ ਗੱਲ ਕਹਿੰਦੇ ਟੁੱਟਣ ਦੀ ਕਗਾਰ ਤੱਕ ਚਲੇ ਜਾਂਦੀ ਹੈ। ਹੁਣ ਹਾਈ ਕਮਾਂਡ ਤੇ ਛੱਡਤਾ। ਮੈਨੂੰ ਲੱਗਦਾ ਜਿਵੇਂ ਕਾਂਗਰਸ ਤੇ ਟੁੱਟ ਕੇ ਬੀਜੇਪੀ ਨੂੰ ਸਿੱਧੇ ਆ ਰਹੇ ਆ ਕੈਪਟਨ ਵੱਲ ਜਾਣ ਦੀ ਬਜਾਏ, ਕੈਪਟਨ ਸਾਹਿਬ ਹੁਣ ਕਿਤੇ ਬੀਜੇਪੀ ਨੂੰ ਬੋਝ ਤਾਂ ਨਹੀਂ ਲੱਗਣ ਲੱਗ ਜਾਣਗੇ। ਬੀਜੇਪੀ ਕੈਪਟਨ ਅਮਰਿੰਦਰ ਸਿੰਘ ਤੋਂ ਕਿਨਾਰਾ ਕਰ ਸਕਦੀ ਹੈ, ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਬੀਜੇਪੀ ਵਿੱਚ ਆਪਣੇ ਆਪ ਨੂੰ ਮਰਜ ਕਰਨਾ ਪੈ ਸਕਦਾ ਹੈ। ਉਹ ਕੈਂਡੀਡੇਟ ਬੀਜੇਪੀ ਦੇ ਹੋਣਗੇ ਜਾਂ ਉਹਨਾਂ ਦੇ 10, 12, 15 ਜਿਹੜੇ ਵੀ ਆਪਣੇ ਹੋਣਗੇ ਲੜਾ ਲੈਣਗੇ। ਮੈਨੂੰ ਲੱਗਦਾ 30, 32, 35 ਵਾਲੀ ਗੱਲ ਬੀਜੇਪੀ ਨੇ ਬਹੁਤੀ ਮੰਨਣੀ ਨਹੀਂ, ਜਿੱਦਾਂ ਉਹਨਾਂ ਕੋਲ ਕੈਂਡੀਡੇਟਸ ਦੀ ਲੰਬੀ ਫਹਿਰਿਸਤ ਆ, ਜਿੱਦਾਂ ਨਵੇਂ ਕੈਂਡੀਡੇਟ ਉਹਨਾਂ ਕੋਲ ਆਉਂਦੇ ਜਾ ਰਹੇ ਆ। ਕੀ ਕਹਿੰਦੇ ਹੋ ਰੰਧਾਵਾ ਜੀ? ਦੇਖੋ, ਇੱਕ ਗੱਲ ਆ ਕਿ ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇੱਕ ਗੱਠਜੋੜ ਕਰਨ ਦੀ ਗੱਲ ਭਾਰਤੀ ਜਨਤਾ ਪਾਰਟੀ ਨੇ ਕਹੀ ਸੀ, ਔਰ ਉਹ ਚਾਹੁੰਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਮਕਬੂਲੀਅਤ ਦਾ, ਉਹਨਾਂ ਦੀ ਪਪੂਲੈਰਿਟੀ ਦਾ ਤੇ ਉਹਨਾਂ ਦੇ ਸਿਆਸੀ ਕੱਦ ਦਾ ਕੋਈ ਫਾਇਦਾ ਉਠਾਇਆ ਜਾਏ ਪੰਜਾਬ ਦੇ ਵਿੱਚ। ਇਹ ਗੱਲ ਹੁਣ ਉਹਨਾਂ ਨੂੰ ਨਜ਼ਰ ਨਹੀਂ ਆ ਰਹੀ। ਜੇ ਆਪਾਂ ਤੁਸੀਂ ਦੇਖਿਓ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਅਲੱਗ ਹੋਏ ਨੇ, ਵੱਖ ਹੋਏ ਨੇ ਕਾਂਗਰਸ ਤੋਂ, ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਸਮਰਥਨ ਦੀ ਆਸ ਸੀ ਭਾਰਤੀ ਜਨਤਾ ਪਾਰਟੀ, ਦੇਖੋ ਭਾਰਤੀ ਜਨਤਾ ਪਾਰਟੀ ਆਪਣੇ ਅੰਦਰੂਨੀ ਸਰਵੇ ਵੀ ਕਰਾਉਂਦੀ ਆ। ਉਹਨਾਂ ਦੇ ਨਾਲ ਤੁਹਾਨੂੰ ਪਤਾ, ਚਾਹੇ RSS ਹੋਣ ਜਾਂ ਉਹਨਾਂ ਦੇ ਪ੍ਰਚਾਰਕ ਹੋਣ, ਉਹ ਤਮਾਮ ਜਿਹੜੇ ਪੰਜਾਬ ਦੇ ਵਿੱਚ ਘੁੰਮ ਕੇ, ਵੈਸੇ ਤਾਂ ਉਹ ਸਾਰੇ ਸੂਬਿਆਂ ਦੇ ਵਿੱਚ ਐਕਟਿਵ ਨੇ, ਸਾਰੇ ਸੂਬੇ ਦੇ ਵਿੱਚ ਘੁੰਮ ਕੇ ਉਹ ਲਗਾਤਾਰ ਇਹ ਕਨਸੂਆਂ ਦਿੰਦੇ ਨੇ, ਇਹ ਇੱਕ ਸਰਵੇ ਕਰਦੇ ਨੇ ਕਿ ਕੌਣ ਮਕਬੂਲ ਹੈ, ਕਿਸ ਦੀ ਵਿਨੇਬਿਲਿਟੀ ਹੈ,
ਕੌਣ ਜਿੱਤ ਸਕਦਾ, ਕੌਣ ਨਹੀਂ ਜਿੱਤ ਸਕਦਾ। ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਵਧੀਆ ਰਿਪੋਰਟਸ ਨਹੀਂ ਆ ਰਹੀਆਂ। ਔਰ ਤੁਸੀਂ ਪਟਿਆਲੇ ਦੇ ਵਿੱਚ ਦੇਖੋ, ਸ਼ਹਿਰੀ ਸੀਟ ਜਿੱਥੋਂ ਇਹ ਕੈਪਟਨ ਅਮਰਿੰਦਰ ਸਿੰਘ ਲੜਦੇ ਨੇ, ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਅਜੀਤਪਾਲ ਸਿੰਘ ਕੋਹਲੀ ਜਿਹੜਾ ਪਰਿਵਾਰ ਸੀ, ਉਹ ਉਹਨਾਂ ਤੋਂ ਵੱਖਰਾ ਹੋ ਗਿਆ ਤੇ ਹੁਣ ਉਹ ਇਹਨਾਂ ਦੇ ਹੋ ਸਕਦਾ ਖਿਲਾਫ ਲੜਾਈ ਲੜੇ। ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਆਪਣੀ ਸ਼ੈਲੀ ਹੈ ਕੰਮ ਕਰਨ ਦੀ, ਤੁਸੀਂ ਰੰਧਾਵਾ ਜੀ ਉਹ ਵੀ ਦੇਖੋ, ਉਹ ਬਹੁਤ ਜ਼ਿਆਦਾ ਆ ਕੇ ਸੜਕਾਂ ਤੇ ਆ ਕੇ ਲੜਾਈਆਂ ਨਹੀਂ ਲੜਦੇ, ਧਰਨੇ ਪ੍ਰਦਰਸ਼ਨ ਨਹੀਂ ਕਰਦੇ, ਰੈਲੀਆਂ ਨਹੀਂ ਕਰਦੇ। ਲਗਭਗ ਉਹਨਾਂ ਨੂੰ ਥਾਲੀ 'ਚ ਜਿਵੇਂ ਕਹਿੰਦੇ ਆ ਪਰੋਸ ਕੇ ਹੀ ਦਿੱਤੀ ਜਾਂਦੀ ਆ। ਜਿਹੜਾ ਉਹਨਾਂ ਦੀ ਸ਼ੈਲੀ ਹੈ, ਰਹਿਣ ਦਾ ਅੰਦਾਜ਼ ਆ, ਉਹ ਕਾਫੀ ਜਿਹੜਾ ਉਹ ਸ਼ਾਹੀ ਆ ਨਾ, ਕਿਉਂਕਿ ਉਹ ਜਿਸ ਤਰ੍ਹਾਂ ਦੇ ਪਰਿਵਾਰ ਤੋਂ ਆਉਂਦੇ ਆ। ਹੁਣ ਜਿਹੜੀ ਮਿਹਨਤ ਕਰਨ ਦੀ ਲੋੜ ਆ, ਉਹਨਾਂ ਨੂੰ ਲੱਗਦਾ ਭਾਰਤੀ ਜਨਤਾ ਪਾਰਟੀ ਨੂੰ ਕਿ ਜੇ ਅਸੀਂ ਇਹਨਾਂ ਨੂੰ ਸਾਰੀਆਂ ਸੀਟਾਂ ਦੇਤੀਆਂ ਤੇ ਸ਼ਾਇਦ ਸਾਨੂੰ ਇਸ ਚੀਜ਼ ਦਾ ਨੁਕਸਾਨ ਨਾ ਹੋਵੇ। ਜੋ ਕੈਪਟਨ ਅਮਰਿੰਦਰ ਸਿੰਘ ਨੇ 4.5 ਸਾਲ ਦੇ ਦੌਰਾਨ ਜਿਹੜੀ ਕਾਰਵਾਈ ਜਾਂ ਕਾਰਗੁਜ਼ਾਰੀ ਰਹੀ ਆ, ਉਸ ਦਾ ਖਮਿਆਜ਼ਾ ਭਾਰਤੀ ਜਨਤਾ ਪਾਰਟੀ ਨੂੰ ਵੀ ਭੁਗਤਣਾ ਪੈਣਾ, ਕਿਉਂਕਿ ਇਹਨਾਂ ਦੇ ਨਾਲ ਖੜੇ ਹੋ ਗਏ ਆ। ਕੈਪਟਨ ਨੂੰ ਤਾਂ ਭੁਗਤਣਾ ਹੀ ਪੈਣਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਜਿਹੜੇ ਸੀਟ ਸ਼ੇਅਰਿੰਗ ਦੀ ਗੱਲ ਕਰ ਲਓ ਜਾਂ ਆਪਸ ਦੇ ਵਿੱਚ, ਉੱਥੇ ਜੇ ਸਹਿਮਤੀ ਨਾ ਬਣੀ ਤੇ ਹੋ ਸਕਦਾ ਜਿਹੜਾ ਇਹ ਗੱਠਜੋੜ ਆ, ਇਹਦੇ ਵਿੱਚ ਖਟਾਈ ਦੇ ਵਿੱਚ ਜ਼ਰੂਰ ਪੈ ਸਕਦਾ। ਜੀ ਰੰਧਾਵਾ ਜੀ। ਬਿਲਕੁਲ ਪੈ ਸਕਦਾ ਔਰ ਕੋਈ ਵੀ ਬੋਝ ਨਹੀਂ ਉਠਾਉਣਾ ਚਾਹੁੰਦਾ ਹੁੰਦਾ ਇਹਨਾਂ ਦਿਨਾਂ 'ਚ, ਜਦੋਂ ਤੁਹਾਨੂੰ ਹੌਲੇ ਭਾਰ ਭੱਜਣਾ ਹੁੰਦਾ ਹੈ ਤੇ ਬੜੇ ਪਾਸਿਓਂ ਦਬਾਅ ਵੀ ਹੁੰਦੇ ਆ ਤੇ ਪ੍ਰੈਸ਼ਰ ਜਿਹੜੇ ਉਹ ਸ਼ਾਇਦ ਹੀ ਬੀਜੇਪੀ ਝੱਲੇ। ਖੈਰ, ਪਰ ਕਹਿੰਦੇ ਆ ਕਿ ਨਰਿੰਦਰ ਮੋਦੀ ਜਿਹੜੇ ਪ੍ਰਧਾਨ ਮੰਤਰੀ ਨੇ ਦੇਸ਼ ਦੇ, ਉਹਨਾਂ ਦਾ ਕੈਪਟਨ ਨਾਲ ਨਾਤਾ ਇਹੋ ਜਿਹਾ ਕਿ ਉਹ ਛੱਡਣਾ ਨਹੀਂ ਚਾਹਣਗੇ ਇਹਨਾਂ ਨੂੰ। ਹੁਣ ਇਹ ਕਿੰਨੀ ਜਿੱਦ ਕਰਦੇ ਆ ਤਾਂ ਦੇਖਣਾ ਹੀ ਬਣੂਗਾ। ਲੇਕਿਨ ਉਂਝ ਲਾਈਫ ਸਟਾਈਲ ਇਸ਼ੂਜ਼ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਸਦਾ ਹੀ ਕਟਹਿਰੇ 'ਚ ਰਹੇ ਆ, ਲੇਕਿਨ ਉਹਨਾਂ ਨੂੰ ਬਰਦਾਸ਼ਤ ਵੀ ਤਾਂ ਇਹਨਾਂ ਨੇ ਸਾਰਿਆਂ ਨੇ ਕੀਤਾ ਹੈ। ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਉਸ ਢੰਗ ਨਾਲ ਆਪਣੇ ਆਪ ਨੂੰ ਅੱਗੇ ਨਹੀਂ ਵਧਾਇਆ, ਉਹਦੀ ਸਜ਼ਾ ਉਹ ਭੁਗਤ ਚੁੱਕੇ ਆ। ਔਰ ਆਉਂਦੇ ਦਿਨਾਂ ਦੇ ਵਿੱਚ ਜੇ ਗਨੀਮਤ ਆ ਕਿ ਉਹ ਪਟਿਆਲਿਓਂ ਆਪਣੀ ਸੀਟ ਜਿਹੜੀ ਉਹ ਕੱਢ ਲੈਣ, ਇਹ ਅੱਗੇ ਸਵਾਲ ਬਹੁਤ ਵੱਡੇ ਨੇ ਕਿ ਏਡੀ ਵੱਡੀ ਲੜਾਈ 'ਚ ਕੈਪਟਨ ਅਮਰਿੰਦਰ ਸਿੰਘ ਦੀ ਹੋਂਦ ਵਿਧਾਨ ਸਭਾ ਦੇ ਵਿੱਚ ਕਿਹੋ ਜਿਹੀ ਹੋਊਗੀ। ਢੀਂਡਸਾ ਪਰਿਵਾਰ ਜਾਂ ਢੀਂਡਸਾ ਜਿਹੜਾ ਸੰਯੁਕਤ ਅਕਾਲੀ ਦਲ ਆ, ਉਹਨਾਂ ਨੂੰ 15 ਸੀਟਾਂ ਮਿਲਣ ਜਾ ਰਹੀਆਂ ਨੇ। ਦੂਜੇ ਬੰਨੇ ਉਹਨਾਂ ਨੂੰ ਚੋਣ ਨਿਸ਼ਾਨ ਵੀ ਮਿਲ ਚੁੱਕਿਆ, ਟੈਲੀਫੋਨ ਦਾ ਮਿਲਿਆ ਜੀ। ਲੇਕਿਨ ਲੇਕਿਨ ਜਿਹੜਾ ਵੱਡਾ ਅਕਾਲੀ ਪਰਿਵਾਰ ਸੀ, ਰਵਾਇਤੀ ਅਕਾਲੀ ਪਰਿਵਾਰ, ਕੋਹਲੀ ਪਰਿਵਾਰ, ਉਹ ਹੁਣ ਜਾ ਚੁੱਕਿਆ ਆਮ ਆਦਮੀ ਪਾਰਟੀ ਨਾਲ। ਪਟਿਆਲੇ ਦੀ ਇਲੈਕਸ਼ਨ ਵੀ ਭਾਰੀ ਹੋਊਗੀ, ਭਾਰੀ ਮਾਝੇ ਦੇ ਵਿੱਚ ਵੀ ਕਾਫੀ ਹੋਣਗੇ ਹਲਕੇ। ਅੱਜ ਅਸੀਂ ਬਹੁਤ ਲੰਬੀ ਅੱਗੇ ਗੱਲ ਨਹੀਂ ਵਧਾ ਸਕਦੇ, ਸਾਡੇ ਕੋਲ 5 ਤੋਂ 6 ਵੱਡੀਆਂ ਖਬਰਾਂ ਅਸੀਂ ਮਿਸ ਕਰ ਰਹੇ ਹਾਂ, ਜਿਹਦੇ ਵਿੱਚ ਕਰੋਨਾ ਨੂੰ ਕਹਿੰਦੇ ਹੁਣ ਤੁਹਾਨੂੰ ਤਾ ਉਮਰ ਝੱਲਣਾ ਵੀ ਪੈ ਸਕਦਾ ਹੈ। ਉਹਦੇ ਵਿੱਚ ਕਹਿੰਦੇ ਆ ਤੁਸੀਂ ਸਕੂਲ ਬੰਦ ਕਰਕੇ ਜਿਮ ਚਲਾ ਲਓ ਜਾਂ ਰੈਲੀਆਂ ਕਰਾ ਲਓ ਜਾਂ ਤੁਸੀਂ ਮਾਲ ਖੋਲ ਲਓ, ਇਹ ਤਾਂ ਤੁਹਾਨੂੰ ਚੰਗਾ ਹੈ, ਪਰ ਬੱਚੇ ਨਾ ਪੜ੍ਹਨ ਦਿਓ। ਇਹ ਵੀ ਕਈ ਗੱਲਾਂ ਐਸੀਆਂ ਵੀ ਹੈਗੀਆਂ ਜਿਨ੍ਹਾਂ ਨੂੰ ਅੱਗੇ ਵਧਾਇਆ ਜਾ ਸਕਦਾ। ਲੇਕਿਨ ਅੱਜ ਲਈ ਇੰਨਾ ਹੀ, ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।